ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਨੇ। ਉਹਨਾਂ ਦੀ ਅਪਰੂਵਲ ਰੇਟਿੰਗ ਦਾ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿੰਨੀ ਜ਼ਿਆਦਾ ਡਾਊਨ ਆ। ਸੈਨੇਟ ਵਿੱਚ ਇੰਟੈਲੀਜੈਂਸ ਕਮੇਟੀ ਦੀ ਮੀਟਿੰਗ ਸੀ। ਜਾਸੂਸੀ ਦੀਆਂ ਦੋ ਜਿਹੜੀਆਂ ਰਿਪੋਰਟਸ ਸੀ ਜਿਨ੍ਹਾਂ ਦਾ ਸਬੰਧ ਅਫਗਾਨਿਸਤਾਨ ਤੇ ਯੂਕਰੇਨ ਦੇ ਨਾਲ ਸੀ, ਉਹ ਗਲਤ ਸਾਬਿਤ ਹੋਈਆਂ। ਉਹ ਕਹਿੰਦੇ ਕਿ ਸਾਨੂੰ ਦੋ ਜਾਸੂਸੀ ਦੀਆਂ ਖਬਰਾਂ ਮਿਲੀਆਂ ਸੀ। ਇੰਟੈਲੀਜੈਂਸ ਜਿਹੜੀ ਅਫਗਾਨਿਸਤਾਨ ਦੀ ਮਿਲੀ ਉਹ ਵੀ ਗਲਤ ਸੀ, ਜਿਹੜੀ ਯੂਕਰੇਨ ਦੀ ਮਿਲੀ ਉਹ ਵੀ ਗਲਤ ਸੀ। ਉਹ ਕਹਿੰਦੇ ਜੇ ਗਲਤ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਉਹਦੇ ਬੇਸ ਤੇ ਅਸੀਂ ਪਾਲਿਸੀ ਕਿੱਦਾਂ ਬਣਾ ਸਕਦੇ ਹਾਂ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਉਹ 2-3 ਮਹੀਨੇ ਕੱਟਣ ਜੋਗੇ ਹੈਗੇ ਆ, ਫਿਰ ਹੈਵੀ ਉਹਨਾਂ ਨੂੰ ਵੈਪਨ ਦਿੰਦੇ ਅਸੀਂ ਜੀ, ਪਹਿਲਾਂ ਹੀ ਦਿੰਦੇ ਸੀ। ਹਾਂਜੀ, ਅਸੀਂ ਤਾਂ ਨਹੀਂ ਵੈਪਨ ਦਿੱਤੇ ਕਿਉਂਕਿ ਸਾਨੂੰ ਲੱਗਦਾ ਸੀ ਵੀ ਇਹ ਰਸ਼ੀਅਨ ਆਰਮੀ ਦੇ ਹੱਥ 'ਚ ਆ ਜਾਣੇ। ਹਾਂਜੀ, ਅੱਛਾ, ਇਹ ਦੂਸਰਾ ਫੇਲੀਅਰ ਆ। ਬੰਦੇ ਇੱਥੇ ਆਏ ਆ, ਟ੍ਰੇਨਿੰਗ ਲੈ ਰਹੇ ਆ। ਟ੍ਰੇਨਿੰਗ ਇੱਕ ਦਿਨ ਤਾਂ ਮਿਲ ਨਹੀਂ ਜਾਂਦੀ ਤੁਹਾਨੂੰ ਪਾਇਲਟ ਬਣਦੀ। ਜੀ, ਪਾਇਲਟ ਬਣੇ US ਦੇ ਵਿੱਚ ਆ ਕੇ, ਫਿਰ ਉਹਨਾਂ ਨੇ ਜਹਾਜ਼ ਅਗਵਾ ਕੀਤਾ, ਉਹ ਮਾਰਿਆ ਵਰਲਡ ਟ੍ਰੇਡ ਸੈਂਟਰ ਦੇ ਵਿੱਚ। ਹਾਂਜੀ, ਕਿੱਡਾ ਵੱਡਾ ਕਲੋਸਲ ਮਿਸਟੇਕ ਹੈ ਇਹਨਾਂ ਦੀ। ਇੰਨਾ ਵੱਡਾ ਅਟੈਕ ਕਰਨਾ ਨਾ, ਜਿਹਦੇ ਵਿੱਚ ਇਨਫੈਂਟਰੀ ਹੋਵੇ, ਆਰਟਿਲਰੀ ਹੋਵੇ, ਆਰਮਰਡ ਕੋਰ ਹੋਵੇ, ਉੱਤੇ 에ਅਰ ਫੋਰਸ ਹੋਵੇ, ਮਤਲਬ ਬੰਦੇ ਨੂੰ ਮੋਰਲੇ ਨੂੰ ਸੁਰਤ ਨਾ ਆਉਣ ਦਿਓ। ਕਿਹੜਾ ਕੀ ਬੰਦਾ ਕਰਦਾ ਕੀ ਨਹੀਂ ਕਰਦਾ। ਜੇ ਕਿਸੇ ਤੋਂ ਕੋਈ ਕੰਮ ਕਰਾਉਣਾ ਹੋਵੇ, ਹੁਣ ਕਈ ਬੰਦੇ ਲਾਏ ਹੋਣੇ ਆ ਹਿੰਦੂ ਧਰਮ ਨੂੰ ਬਦਨਾਮ ਕਰਨ ਲਈ, ਹੋਣਗੇ ਹਿੰਦੂ ਹੀ, ਪਰ ਉਹ ਗੱਲਾਂ ਇਦਾਂ ਦੀਆਂ ਕਰਨਗੇ ਜਿਨ੍ਹਾਂ ਉਹਨਾਂ ਦਾ ਧਰਮ ਬਦਨਾਮ ਹੋਵੇ। ਇਸ ਸਮੇਂ ਤੁਸੀਂ ਸੰਡੇ ਪ੍ਰੋਗਰਾਮ ਪੰਜਾਬੀ ਆਵਾਜ਼ ਰੇਡੀਓ ਇੰਡੀਆ KRPA 1110 AM ਤੇ ਡਾਕਟਰ ਸਾਹਿਬ ਰੁੱਖ ਕਰਦੇ ਆ ਅਗਲੀ ਖਬਰ ਵੱਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਨੇ। ਉਹਨਾਂ ਦੀ ਅਪਰੂਵਲ ਰੇਟਿੰਗ ਦਾ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿੰਨੀ ਜ਼ਿਆਦਾ ਡਾਊਨ ਆ। ਸੈਨੇਟ ਵਿੱਚ ਇੰਟੈਲੀਜੈਂਸ ਕਮੇਟੀ ਦੀ ਮੀਟਿੰਗ ਸੀ। ਜਾਸੂਸੀ ਦੀਆਂ ਦੋ ਜਿਹੜੀਆਂ ਰਿਪੋਰਟਸ ਸੀ ਜਿਨ੍ਹਾਂ ਦਾ ਸਬੰਧ ਅਫਗਾਨਿਸਤਾਨ ਤੇ ਯੂਕਰੇਨ ਦੇ ਨਾਲ ਸੀ, ਉਹ ਗਲਤ ਸਾਬਿਤ ਹੋਈਆਂ। ਇਸ ਕਾਰਨ ਵਿਰੋਧੀਆਂ ਨੇ ਜੋ ਬਾਈਡਨ ਤੋਂ ਸਵਾਲ ਪੁੱਛੇ। ਇਸ ਪੂਰੀ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਸੈਨੇਟ ਦੇ ਵਿੱਚ ਇੰਟੈਲੀਜੈਂਸ ਕਮੇਟੀ ਦੀ ਮੀਟਿੰਗ ਸੀ। ਉਹਨਾਂ ਨੇ ਵੀ ਜਾਣਬੁੱਝ ਕੇ ਰਿਪਬਲਿਕਨਜ਼ ਨੇ ਇਸੇ ਗੱਲ ਤੇ ਫੋਕਸ ਕੀਤਾ ਜਿਹੜੀਆਂ ਜੋ ਬਾਈਡਨ ਦੀਆਂ ਗਲਤੀਆਂ ਹੈ। ਹਾਂਜੀ, ਉਹ ਕਹਿੰਦੇ ਕਿ ਸਾਨੂੰ ਦੋ ਜਾਸੂਸੀ ਦੀਆਂ ਖਬਰਾਂ ਮਿਲੀਆਂ ਸੀ। ਇੰਟੈਲੀਜੈਂਸ ਜਿਹੜੀ ਅਫਗਾਨਿਸਤਾਨ ਦੀ ਮਿਲੀ ਉਹ ਵੀ ਗਲਤ ਸੀ, ਜਿਹੜੀ ਯੂਕਰੇਨ ਦੀ ਮਿਲੀ ਉਹ ਵੀ ਗਲਤ ਸੀ। ਹਾਂਜੀ, ਉਹ ਕਹਿੰਦੇ ਜੇ ਗਲਤ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਉਹਦੇ ਬੇਸ ਤੇ ਅਸੀਂ ਪਾਲਿਸੀ ਕਿੱਦਾਂ ਬਣਾ ਸਕਦੇ ਹਾਂ। ਕਿਉਂਕਿ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਇੰਟੈਲੀਜੈਂਸ ਇਹ ਕਹਿੰਦੀ ਸੀ ਕਿ ਉਹਨਾਂ ਦੀ ਜਿਹੜੀ ਸਟੇਟ ਦੀ ਫੌਜ ਆ, ਗਾਨੀ ਹੋਣਾ ਦੀ, ਉਹ ਵਿਦ ਸਟੈਂਡ ਕਰਨ ਵਾਲੀ ਹੈਗੀ। ਉਹਨਾਂ ਨੇ ਤਾਲਿਬਾਨ ਨੂੰ ਪਾਵਰ 'ਚ ਨਹੀਂ ਆਉਣ ਦੇਣਾ। ਉਹ ਇੰਨੀ ਗਲਤ ਸੀ ਕਿ ਜਿੱਦਣ ਅਮਰੀਕਨ ਹਾਲੇ ਖੜੇ ਹੀ ਸੀ ਉੱਥੇ 에ਅਰਪੋਰਟ ਤੇ, ਉਦਣ ਹੀ ਤਾਲਿਬਾਨ ਨੇ ਟੇਕ ਓਵਰ ਕਰ ਲਿਆ। ਹਾਂਜੀ, ਉਹ ਕਹਿੰਦੇ ਵੀ ਇੰਨੀ ਗਲਤ ਇਨਫੋਰਮੇਸ਼ਨ ਤੁਸੀਂ ਕਿੱਦਾਂ ਲੈ ਸਕਦੇ ਹੋ ਜੀ। ਇਹ ਟੋਟਲ ਫੇਲੀਅਰ ਹੈ। ਤੇ ਇਹ ਫੇਲੀਅਰ ਹੈਗਾ ਜੋ ਬਾਈਡਨ ਦਾ। ਜੋ ਬਾਈਡਨ ਦੀ ਤੇ ਵਿਚਾਰੇ ਦੀ ਨਾ ਅਪਰੂਵਲ ਰੇਟਿੰਗ ਡੇ ਬਾਏ ਡੇ ਹਮੇਸ਼ਾ ਡਾਊਨ ਹੀ ਹੁੰਦੀ ਆ। ਥੋੜੀ ਬਹੁਤੀ ਜਿਹੜੀ ਕਸਰ ਰਹਿ ਜਾਂਦੀ ਇਦਾਂ ਨਿਕਲ ਜਾਂਦੀ ਆ। ਉਹਨਾਂ ਨੇ ਤਾਂ ਫਿਰ ਟਾਰਗੇਟ ਕਰਨਾ ਹੀ ਕਰਨਾ। ਹਾਂਜੀ, ਬਿਲਕੁਲ। ਦੂਸਰੀ ਜਿਹੜੀ ਯੂਕਰੇਨ ਦੀ ਗੱਲ ਹੈ, ਯੂਕਰੇਨ ਬਾਰੇ ਐਕਚੁਅਲੀ ਪਿਊਟਨ ਦੀ ਵੀ ਉਧਰ ਇੰਟੈਲੀਜੈਂਸ ਦੀ ਰੌਲਾ ਪੈ ਰਿਹਾ। ਹਾਂਜੀ, ਉੱਥੇ ਖਬਰਾਂ ਨਹੀਂ ਦਿੰਦੇ। ਵੈਸੇ ਉੱਥੇ ਤੁਸੀਂ ਜੇ ਰਸ਼ੀਅਨ ਮੀਡੀਆ ਪੜ੍ਹਦੇ ਆ, ਉਹਨਾਂ ਦੇ ਵਿੱਚ ਇਹ ਖਬਰ ਆਉਂਦੀ ਆ ਕਿ ਪਿਊਟਨ ਦੀ ਇੰਟੈਲੀਜੈਂਸ ਤੇ ਵੀ ਉਹਦੇ ਆਲੋਚਕ ਜਿਹੜੇ ਆ ਕੁਐਸਚਨ ਕਰ ਰਹੇ। ਹਾਂਜੀ, ਹੁਣ ਇਹਨਾਂ ਦੀ ਅਮਰੀਕਨਜ਼ ਦੀ ਕੀ ਸੀ ਇੰਟੈਲੀਜੈਂਸ ਦੀ, ਇਹਨਾਂ ਨੇ ਰਿਪੋਰਟ ਦਿੱਤੀ ਅਮਰੀਕਨ ਗਵਰਨਮੈਂਟ ਨੂੰ ਕਿ ਯੂਕਰੇਨ ਦੀ ਫੌਜ ਜਿਹੜੀ 3 ਜਾਂ 4 ਦਿਨ ਵੱਧ ਤੋਂ ਵੱਧ ਕੱਟ ਸਕਦੀ ਹੈ। ਹਾਂਜੀ, ਉਹਨਾਂ ਨੇ ਜਾਂਦੇ ਲੱਗਣਾ ਜੀ। ਤੇ ਉਹ ਕਹਿੰਦੇ ਕਿ ਹੁਣ 2 ਮਹੀਨੇ ਤੋਂ ਵੀ ਉੱਤਰ ਹੋ ਗਿਆ, ਕਿੰਨੇ ਤੀਜਾ ਮਹੀਨਾ ਜਾਂਦਾ ਹੁਣ। ਹਾਂਜੀ, ਵੀ ਜੇ ਇੰਨੇ ਹੀ ਮਾੜੇ ਸੀ
ਜੇ ਪਹਿਲਾਂ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਉਹ 2-3 ਮਹੀਨੇ ਕੱਟਣ ਜੋਗੇ ਹੈਗੇ ਆ, ਫਿਰ ਹੈਵੀ ਉਹਨਾਂ ਨੂੰ ਵੈਪਨ ਦਿੰਦੇ ਅਸੀਂ ਜੀ, ਪਹਿਲਾਂ ਹੀ ਦਿੰਦੇ ਅਸੀਂ। ਹਾਂਜੀ, ਅਸੀਂ ਤਾਂ ਨਹੀਂ ਵੈਪਨ ਦਿੱਤੇ ਕਿਉਂਕਿ ਸਾਨੂੰ ਲੱਗਦਾ ਸੀ ਵੀ ਇਹ ਰਸ਼ੀਅਨ ਆਰਮੀ ਦੇ ਹੱਥ 'ਚ ਆ ਜਾਣੇ। ਹਾਂਜੀ। ਅੱਛਾ, ਇਹ ਦੂਸਰਾ ਫੇਲੀਅਰ ਆ ਜੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ। ਹੁਣ ਸਵਾਲ ਇਹ ਪੈਦਾ ਹੁੰਦਾ, $63 ਬਿਲੀਅਨ ਇੰਟੈਲੀਜੈਂਸ ਤੇ ਖਰਚਦੇ ਆ। 63,000 ਬਿਲੀਅਨ ਅਮਰੀਕਨ, ਉਹ ਵੀ ਜੀ, ਜਿਹੜਾ ਸਾਡਾ BC ਦਾ ਬਜਟ ਨਹੀਂ ਇੰਨਾ। ਹਾਂਜੀ। ਤੇ ਉਹਦੇ ਹਿਸਾਬ ਦੇ ਨਾਲ 1 ਲੱਖ ਬੰਦਾ ਆ ਜਿਹੜਾ ਇੰਟੈਲੀਜੈਂਸ ਦੇ ਵਿੱਚ EMPLOYE ਆ। ਹਾਂਜੀ। US ਦੇ ਵਿੱਚ ਡਾਇਰੈਕਟਲੀ, ਤੇ ਉਹਦੇ ਵਿੱਚੋਂ ਮਿਲਟਰੀ ਦੇ ਵੀ ਆ ਤੇ ਸਿਵਿਲੀਅਨਸ ਵੀ ਆ। ਹਾਂਜੀ। ਫਿਰ ਜ਼ਿਆਦਾ ਵੱਡਾ ਹਿੱਸਾ ਤਾਂ CIA ਦਾ, ਬਾਕੀ ਦੇ ਹੋਰ ਡਿਪਾਰਟਮੈਂਟਸ ਵੀ ਜਿਨ੍ਹਾਂ ਦੇ ਵਿੱਚ ਇੰਟੈਲੀਜੈਂਸ ਕਰਾਉਂਦੇ ਆ ਜੀ। ਉਹਨਾਂ ਦੇ ਵਿੱਚੋਂ ਇੰਟੈਲੀਜੈਂਸ ਦੋ ਤਰੀਕੇ ਨਾਲ ਹੁੰਦੀ ਹੈ ਨਾ, ਇੱਕ ਤਾਂ ਇਕੱਠੀ ਕਰਨੀ ਹੈ। ਹਾਂਜੀ। ਇੰਟੈਲੀਜੈਂਸ ਦੇ ਵੀ ਵੱਖਰੇ ਤਰੀਕੇ ਨਾ, ਇੱਕ ਤਾਂ ਸਿਰਫ ਸਿੰਪਲ ਇਨਫੋਰਮੇਸ਼ਨ ਇਕੱਠੀ ਕਰਦੇ ਆ, ਫਿਰ ਉਹਨੂੰ ਐਨਾਲਾਈਜ਼ ਕਰਨ ਲਈ ਬੰਦੇ ਹੋਣੇ ਚਾਹੀਦੇ ਆ ਜੀ। ਇਹਨਾਂ ਦੇ ਕੋਲ 20,000 ਐਨਾਲਿਸਟ ਆ। 20,000 ਐਨਾਲਿਸਟ ਹੈ ਜਿਹੜਾ ਡਾਟਸ ਕਨੈਕਟ ਕਰਦਾ ਵੀ ਆਹ ਹੋਈ ਗੱਲ, ਆਹ ਹੋਈ, ਆਹ ਹੋਣ ਵਾਲਾ ਹੈ ਜੀ। ਤੁਸੀਂ ਤਾਂ ਹੀ ਪ੍ਰੋਜੈਕਟ ਕਰ ਸਕਦੇ ਹੋ। ਹਾਂਜੀ। ਜੇ ਇਨਫੋਰਮੇਸ਼ਨ ਵੱਖਰੀ ਪਈ ਰਹੂਗੀ ਤੁਹਾਨੂੰ ਕੀ ਪਤਾ ਲੱਗਣਾ ਕੀ ਹੋ ਰਿਹਾ ਜੀ। ਅੱਛਾ, ਜਿੱਦਾਂ ਹੁਣ ਜਾਰਜ ਬੁਸ਼ ਦੇ ਥੱਲੇ ਵੀ ਹੋਇਆ ਸੀ, ਇਹ ਬਹੁਤ ਵੱਡਾ ਫੇਲੀਅਰ ਸੀ। ਸਤੰਬਰ 2001 ਦੇ ਵਿੱਚ ਬੰਦੇ ਇੱਥੇ ਆਏ ਆ, ਟ੍ਰੇਨਿੰਗ ਲੈ ਰਹੇ ਆ। ਟ੍ਰੇਨਿੰਗ ਇੱਕ ਦਿਨ ਤਾਂ ਮਿਲ ਨਹੀਂ ਜਾਂਦੀ ਤੁਹਾਨੂੰ ਪਾਇਲਟ ਬਣਦੀ ਜੀ। ਪਾਇਲਟ ਬਣੇ US ਦੇ ਵਿੱਚ ਆ ਕੇ, ਫਿਰ ਉਹਨਾਂ ਨੇ ਜਹਾਜ਼ ਅਗਵਾ ਕੀਤਾ, ਉਹ ਮਾਰਿਆ ਵਰਲਡ ਟ੍ਰੇਡ ਸੈਂਟਰ ਦੇ ਵਿੱਚ। ਹਾਂਜੀ। ਕਿੱਡਾ ਵੱਡਾ ਕਲੋਸਲ ਮਿਸਟੇਕ ਹੈ ਇਹਨਾਂ ਦੀ ਜੀ। ਇੰਟੈਲੀਜੈਂਸ ਵਾਲੇ ਉਹ ਕਹਿੰਦੇ ਕਿੱਥੇ ਗਏ ਸੀ ਜੀ। ਕੰਪਲੀਟ ਫੇਲੀਅਰ। ਡਾਟਸ ਇਕੱਠੇ ਕਰਨ ਵਾਲੇ ਹੈ ਨਹੀਂ ਸੀ। ਇਨਫੋਰਮੇਸ਼ਨ ਤਾਂ ਤੁਸੀਂ ਇਕੱਠੀ ਕਰ ਸਕਦੇ ਹੋ ਜੀ। ਅੱਛਾ, ਫਿਰ ਇੰਟੈਲੀਜੈਂਸ ਦੇ ਵਿੱਚ ਉਹ ਬੰਦੇ ਹੁੰਦੇ ਆ ਜਿਨ੍ਹਾਂ ਤੋਂ ਹੋਰ ਕੰਮ ਕਰਾਏ ਜਾਂਦੇ ਆ। ਕਿਸੇ ਨੇ ਕਿਸੇ ਨੂੰ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨਾ, ਕਿਸੇ ਨੇ ਕਿਸੇ ਧਰਮ ਨੂੰ ਬਦਨਾਮ ਕਰਨਾ, ਇਸ ਤਰ੍ਹਾਂ ਦੇ ਬੰਦੇ ਵੀ ਉਹਨਾਂ ਦੇ ਇੰਟੈਲੀਜੈਂਸ ਦੇ ਅੰਦਰ। ਇੰਟੈਲੀਜੈਂਸ ਇੱਕ ਤਰ੍ਹਾਂ ਦੀ ਨਹੀਂ ਨਾ ਜੀ। ਹੁਣ ਰਸ਼ੀਅਨ ਇੰਟੈਲੀਜੈਂਸ ਤੇ ਜਿਹੜੀ ਉਹਦੀ ਆਲੋਚਨਾ ਹੋ ਰਹੀ ਹੈ ਪਿਊਟਨ ਦੀ, ਉਹ ਕਹਿੰਦੇ ਕਿ ਕੁਝ ਜਨਰਲਸ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਬਲਿਟਜ਼ਕ੍ਰਿਗ ਕਰਨਾ ਚਾਹੀਦਾ। ਬਲਿਟਜ਼ਕ੍ਰਿਗ ਹੁੰਦਾ, ਇਹ ਜਰਮਨ ਵਰਡ ਆ, ਵੀ ਤੁਸੀਂ ਸਰਪ੍ਰਾਈਜ਼ ਅਟੈਕ ਕਰਨਾ ਔਰ ਇੰਨਾ ਵੱਡਾ ਅਟੈਕ ਕਰਨਾ ਨਾ ਜਿਹਦੇ ਵਿੱਚ ਇਨਫੈਂਟਰੀ ਹੋਵੇ, ਆਰਟਿਲਰੀ ਹੋਵੇ, ਆਰਮਰਡ ਕੋਰ ਹੋਵੇ, ਉੱਤੇ 에ਅਰ ਫੋਰਸ ਹੋਵੇ, ਮਤਲਬ ਬੰਦੇ ਨੂੰ ਮੋਰਲੇ ਨੂੰ ਸੁਰਤੇ ਨਾ ਆਉਣ ਦਿਓ, ਸੰਭਲਣ ਦਾ ਮੌਕਾ ਨਹੀਂ ਦੇਣਾ, ਸੰਭਲਣ ਦਾ ਮੌਕਾ ਹੀ ਨਹੀਂ ਦੇਣਾ ਤੁਸੀਂ। ਕਹਿੰਦੇ ਇਹਨਾਂ ਨੇ ਇਹਨੇ ਰਿਜੈਕਟ ਕਰਤੀ, ਬਲਿਟਜ਼ਕ੍ਰਿਗ ਨਹੀਂ ਕਰਨਾ ਸੀ ਜੀ। ਉਹ ਤਾਂ ਕੀਤਾ ਕਿ ਇਹਨਾਂ ਦੀ ਇੰਟੈਲੀਜੈਂਸ ਕਹਿੰਦੀ ਸੀ, ਰਸ਼ੀਆ ਵਾਲਿਆਂ ਦੀ, ਯੂਕਰੇਨੀਅਨ ਆਰਮੀ ਦੇ ਵਿੱਚ ਕੁਝ ਜਰਨੈਲ ਹਨ ਜਿਹੜੇ ਪ੍ਰੋ ਰਸ਼ੀਅਨ ਆ। ਉਹ ਕਹਿੰਦੇ ਵੀ ਜੇ ਤੁਸੀਂ ਬਲਿਟਜ਼ਕ੍ਰਿਗ ਕਰੋਗੇ ਤਾਂ ਫਿਰ ਤਾਂ ਅਸੀਂ ਮਾਰੇ ਜਾਣਾ, ਅਸੀਂ ਵੀ ਜਾਂਦੇ ਲੱਗਣ। ਜੇ ਤੁਸੀਂ ਮਾੜਾ ਜਿਹਾ ਹਮਲਾ ਕਰੋਗੇ ਫਿਰ ਅਸੀਂ ਜ਼ੇਲੈਂਸਕੀ ਨੂੰ ਹਟਾ ਦਿਆਂਗੇ, ਉਹਨੇ ਚਿਰ 'ਚ ਕੂ ਕਰ ਦਿਆਂਗੇ ਅਸੀਂ ਜੀ। ਉਹ ਕਹਿੰਦੇ ਵੀ ਕੂ ਤੁਹਾਡਾ ਕਿੱਥੇ ਗਿਆ? ਕੂ ਤਾਂ ਹੋਇਆ ਹੀ ਨਹੀਂ, ਹੁੰਦਾ ਰਾਜਪਾਲਟਾ ਤਾਂ ਹੋਇਆ ਹੀ ਨਹੀਂ ਉੱਥੇ। ਹਾਂਜੀ। ਜ਼ੇਲੈਂਸਕੀ ਤਾਂ ਉਦੋਂ ਹੀ ਤੁਰਿਆ ਫਿਰਦਾ ਜੀ। ਬਿਲਕੁਲ। ਉਹ ਤੁਹਾਡੇ ਜਿਹੜੇ ਹੋ ਸਕਦਾ ਤੁਹਾਡੇ ਨਾਲ 2-4 ਬੰਦੇ ਜਰਨੈਲ ਹੋਣ ਵੀ, ਉਹਨਾਂ ਦੀ ਕੀ ਪੋਜੀਸ਼ਨ ਹੋਣੀ ਆ ਕੀ ਨਹੀਂ ਹੋਣੀ, ਪਰ ਉਹਨਾਂ ਨੇ ਕੀਤਾ ਕੁਛ ਨਹੀਂ। ਹਾਂਜੀ। ਇਹ ਵੀ ਕਲੋਸਲ ਫੇਲੀਅਰ ਆ ਇੰਟੈਲੀਜੈਂਸ ਦਾ ਜੀ। ਬਿਲਕੁਲ। ਇੰਟੈਲੀਜੈਂਸ ਵਾਲੇ ਬਹੁਤ ਕੁਝ ਕਰਾਉਂਦੇ ਆ। ਤਾਂ ਕੋਈ ਬੰਦਾ ਇੰਡੀਆ ਦੇ ਵਿੱਚ ਕਿਤਾਬਾਂ ਲਿਖਦਾ ਹੁੰਦਾ ਸੀ, ਆਰਟੀਕਲਸ ਵੀ ਲਿਖ ਕੇ ਹੀ ਉਹਨੇ, ਤੇ ਉਹ ਕਹਿੰਦਾ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਾਧੂ ਜ਼ਰੂਰ ਹੁੰਦੇ ਆ। ਹਾਂਜੀ। ਹਰੇਕ ਪਿੰਡ ਦੇ ਵਿੱਚ, ਹਰੇਕ ਮੁਹੱਲੇ ਦੇ ਵਿੱਚ ਕੁਟੀਆ ਪਾ ਕੇ ਬੈਠੇ ਹੁੰਦੇ ਜੀ। ਉਹ ਕਹਿੰਦਾ ਕਿ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤਾਈਂ ਇਹ ਇੰਟੈਲੀਜੈਂਸ ਦਾ ਸੋਰਸ ਹੁੰਦੇ ਸੀ, ਜਿਹੜੇ ਸਾਧੂ ਹੁੰਦੇ ਸੀ। ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਤੋਂ ਹੁੰਦੀ ਹੈ। ਹਾਂਜੀ। ਕਿਹੜਾ ਕੀ ਬੰਦਾ ਕਰਦਾ ਕੀ ਨਹੀਂ ਕਰਦਾ। ਜੇ ਕਿਸੇ ਤੋਂ ਕੋਈ ਕੰਮ ਕਰਾਉਣਾ ਹੋਵੇ, ਹੁਣ ਕਈ ਬੰਦੇ ਲਾਏ ਹੋਣੇ ਆ ਹਿੰਦੂ ਧਰਮ ਨੂੰ ਬਦਨਾਮ ਕਰਨ ਲਈ, ਹੋਣਗੇ ਹਿੰਦੂ ਹੀ, ਪਰ ਉਹ ਗੱਲਾਂ ਇਦਾਂ ਦੀਆਂ ਕਰਨਗੇ ਜਿਨ੍ਹਾਂ ਉਹਨਾਂ ਦਾ ਧਰਮ ਬਦਨਾਮ ਹੋਵੇ।
ਕੁਝ ਬੰਦੇ ਹੋਣੇ ਆ ਜਿਹੜੇ ਮੁਸਲਮਾਨ ਧਰਮ ਨੂੰ ਬਦਨਾਮ ਕਰਨ ਲਾਏ ਹੋਵੇ ਮੁਸਲਮਾਨ ਹੀ ਬੰਦਾ, ਪਰ ਗੱਲਾਂ ਇਦਾਂ ਦੀਆਂ ਕਰੇ ਜਿਹੜੀਆਂ ਬਿਲਕੁਲ ਹੀ ਉਸ ਧਰਮ ਨੂੰ ਦੂਜੇ ਬੰਦੇ ਨਿਖੇਧੀ ਕਰਨ, ਉਹਨਾਂ ਦਾ ਅਕਸ ਵਿਗਾੜ ਕੇ ਰੱਖਣਾ, ਉਹਦਾ ਅਕਸ ਵਿਗਾੜਨ ਲਈ। ਇਹ ਵੀ ਇੱਕ ਇੰਟੈਲੀਜੈਂਸ ਦਾ ਹਿੱਸਾ ਹੈ। ਇੰਟੈਲੀਜੈਂਸ ਸਿਰਫ ਇਹੀ ਨਹੀਂ ਕਿ ਇਨਫੋਰਮੇਸ਼ਨ ਲੈਣੀ ਹੈ ਤਾਂ ਉਹਨੂੰ ਡਾਟ ਕਨੈਕਟ ਕਰਨੇ ਹੈ ਜੀ। ਇੰਟੈਲੀਜੈਂਸ ਸਾਰੇ ਬਹੁਤ ਕੁਝ ਕਰਵਾਉਂਦੇ ਆ, ਜਿਵੇਂ ਗੁਰਪਤਵੰਤ ਸਿੰਘ ਪੰਨੂ ਆ, ਇਹਦੇ ਕੋਲੋਂ ਕੀ ਕਰਾਉਂਦੇ ਇੰਟੈਲੀਜੈਂਸ ਵਾਲੇ। ਹੁਣ ਕੋਈ ਬੰਦਾ ਪੁੱਛੂਗਾ ਕਿ ਤੁਹਾਨੂੰ ਕਿੱਦਾਂ ਪਤਾ। ਹੁਣ ਤੁਸੀਂ ਦੇਖੋ ਕਿ ਇੰਟੈਲੀਜੈਂਸ ਵਾਲਿਆਂ ਦੀਆਂ ਰਿਪੋਰਟਸ ਪੜ੍ਹੋ, ਉਹਨਾਂ ਨੂੰ ਐਨਾਲਾਈਜ਼ ਕਰੋ ਕਿ ਕਿੱਦਾਂ ਕਰਾਉਂਦੇ ਆ ਇਹਨਾਂ ਦੇ ਏਜੰਟਸ ਨੂੰ ਕਿੱਦਾਂ ਪਛਾਣ ਸਕਦੇ ਤੁਸੀਂ। ਹੁਣ ਜੇ ਤੁਹਾਨੂੰ ਕੋਈ ਬੰਦਾ ਆ ਕੇ ਦੱਸੇ ਮੈਂ ਜੰਗਲ 'ਚ ਇੱਕ ਜਾਨਵਰ ਦੇਖਿਆ, ਉਹ ਲੱਗਦਾ ਸੀ 50-52 ਕੁਇੰਟਲ ਦਾ, 10-11 ਫੁੱਟ ਲੰਮਾ, 4 ਲੱਤਾਂ ਸੀ, ਪੂਛ ਸੀ, ਤਾਂ ਉਹਦੇ ਮੂਹਰੇ ਚੁੰਝ ਜਿਹੀ ਥੱਲੇ ਨੂੰ ਬੜੀ ਲੰਬੀ ਸੀ, ਤਾਂ ਉਹ ਪਾਣੀ ਪੀਂਦਾ ਸੀ, ਤਾਂ ਉਹਦੇ ਕੰਨ ਬੜੇ ਸੀ, ਕਾਲੇ ਰੰਗ ਦਾ ਸੀ। ਕੀ ਕਹੋਗੇ ਤੁਸੀਂ? ਜੀ ਹਾਥੀ ਆ। ਉਹਨੂੰ ਨਾ ਪਤਾ ਹੋਏ, ਹਾਥੀ ਆ ਉਹ। ਜੀ। ਸੋ ਇਦਾਂ ਦੇ ਤੁਸੀਂ ਡਾਟਸ ਕਨੈਕਟ ਕਰ ਸਕਦੇ ਹੋ। ਹਾਂਜੀ। ਕਿ ਬੰਦਾ ਕੋਈ ਇੰਟੈਲੀਜੈਂਸ ਦਾ ਬੰਦਾ ਕੀ ਕਰ ਰਿਹਾ ਜੀ, ਇੰਟੈਲੀਜੈਂਸ ਕਿਸੇ ਤੋਂ ਕੀ ਕਰਵਾ ਰਹੀ ਹੈ। ਹੁਣ ਜੇ ਤੁਸੀਂ ਜੰਗਲ 'ਚ ਜਾਂਦੇ ਆ, ਤੁਸੀਂ ਕਹੋਗੇ ਪ੍ਰੂਫ ਤੂੰ ਦੇ। ਹੁਣ ਜੰਗਲ ਦੇ ਵਿੱਚ ਕਿਤੋਂ ਸਰਟੀਫਿਕੇਟ ਲੈਣ ਜਾਓਗੇ ਕਿ ਹਾਥੀ ਦਾ ਕਾਸਟ ਸਰਟੀਫਿਕੇਟ ਦਿਓ ਸਾਨੂੰ। ਜੀ ਬਿਲਕੁਲ ਡਾਕਟਰ ਸਾਹਿਬ। ਤੇ ਇਦਾਂ ਹੀ ਇੰਟੈਲੀਜੈਂਸ ਏਜੰਸੀ ਦੇ ਜੰਗਲ ਆ ਜੀ। ਕਿਤੇ ਕਿਸੇ ਨੇ ਤੁਹਾਨੂੰ ਦੱਸਣਾ ਨਹੀਂ ਕਿ ਇਹ ਬੰਦਾ ਸਾਡਾ ਆ। ਹਾਂਜੀ। ਜੇ ਇਹੀ ਦੱਸ ਦੇਣ ਤਾਂ ਫੇਰ ਇੰਟੈਲੀਜੈਂਸ ਕਾਹਦੀ ਹੋਈ। ਜੀ ਬਿਲਕੁਲ। ਇਹ ਤਾਂ ਦੇਖਣਾ ਪੈਂਦਾ ਵੀ ਜੇ ਤੁਰਦਾ ਹੰਸ ਦੀ ਤਰ੍ਹਾਂ ਆ, ਖਾਂਦਾ ਹੰਸ ਦੀ ਤਰ੍ਹਾਂ, ਤਾਂ ਹੰਸ ਹੀ ਹੋਣਾ। ਹਾਂਜੀ। ਦੇਖਣਾ ਪੈਂਦਾ ਨਾ ਉਹਦੇ ਚਾਲ ਚੱਲਣ, ਢਾਲ, ਉਹਦੀ ਬੋਲੀ, ਉਹ ਕੀ ਗੱਲਾਂ ਕਰਦਾ ਆ, ਕਿਹੜੀਆਂ ਗੱਲਾਂ ਕਰਾਉਂਦਾ ਆ, ਤੇ ਉਹਨਾਂ ਬੇਸਿਸ ਤੇ ਤੁਸੀਂ ਦੱਸ ਸਕਦੇ ਕਿ ਫਲਾਨਾ ਬੰਦਾ ਇੰਟੈਲੀਜੈਂਸ ਦਾ ਬੰਦਾ ਹੈ। ਹਾਂਜੀ, ਐਨਾਲਾਈਜ਼ ਕਰਨਾ ਪੈਂਦਾ। ਹੁਣ ਦੇਖ ਲਓ ਜਾਲ ਪਾਇਆ ਦੁਨੀਆ ਦੇ ਵਿੱਚ ਇੰਟੈਲੀਜੈਂਸ ਏਜੰਸੀ ਇੱਕ ਨਹੀਂ ਹੈ। ਹਾਂਜੀ। ਇਹ ਯੂਐਸ ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ, CIA ਦੇ ਡਾਇਰੈਕਟਲੀ ਜਿਹੜੇ ਆ 25% ਆ, ਲੱਖ ਦੇ ਵਿੱਚੋਂ 25% ਡਾਇਰੈਕਟਲੀ CIA ਨੇ ਭਰਤੀ ਕੀਤੇ। ਅੱਛਾ, ਫਿਰ ਉਹਨਾਂ ਦੇ ਵਿੱਚ ਪ੍ਰੋਫੈਸਰਸ ਵੀ ਹੈ ਜਿਨ੍ਹਾਂ ਨੂੰ ਬਾਹਰ ਭੇਜਦੇ ਆ, ਉਹਨਾਂ ਤੋਂ ਇੰਟੈਲੀਜੈਂਸ ਇਕੱਠੀ ਕਰਾਉਂਦੇ ਆ ਔਰ ਉਹਨਾਂ ਤੋਂ ਗੱਲਾਂ ਵੀ ਕਰਾਉਂਦੇ ਹੋਣੇ ਆ, ਸੈਮੀਨਾਰ ਦਵਾਉਂਦੇ ਹੋਣੇ ਆ। ਫਿਰ ਇਹਨਾਂ ਦੇ ਵੱਖ-ਵੱਖ ਜਥੇਬੰਦੀਆਂ ਆ, ਔਰਤਾਂ ਦੀਆਂ ਜਥੇਬੰਦੀਆਂ ਆ, ਲੇਬਰ ਆਰਗੇਨਾਈਜੇਸ਼ਨ ਹੈ ਜਿਹੜੀ ਡਿਸਰਪਟ ਕਰਾਉਂਦੀ ਹੋਣੀ ਹੈ। ਹਾਂਜੀ। ਫਿਰ ਬੜਾ ਵੱਡਾ ਹਿੱਸਾ ਹੈ ਚੈਰੀਟੇਬਲ ਆਰਗੇਨਾਈਜੇਸ਼ਨਸ ਦਾ। ਇੰਡੀਅਨ ਗਵਰਨਮੈਂਟ ਨਹੀਂ ਕਰਦੀ, ਉਹਨੂੰ ਹੁਣ ਫੜਦੀ ਉਹਨਾਂ ਨੂੰ ਚੈਰੀਟੇਬਲ ਆਰਗੇਨਾਈਜੇਸ਼ਨ। ਹਾਂਜੀ। ਬਹੁਤ ਚਿਰ ਬਾਹਰਲੇ ਲੋਕੀ ਜਿਹੜੇ ਪੈਸੇ ਭੇਜਦੇ ਰਹੇ ਉਹਨਾਂ ਨੂੰ, ਤਾਂ ਉਹਨਾਂ ਦੇ ਕੋਲੋਂ ਇੰਟੈਲੀਜੈਂਸ ਕਰਾਉਂਦੇ ਸੀ। ਚੈਰੀਟੇਬਲ ਆਰਗੇਨਾਈਜੇਸ਼ਨ ਜਿਹੜੀ ਕਹਿੰਦੀ ਅਸੀਂ ਗਰੀਬਾਂ ਨੂੰ ਖੂਨ ਦਿੰਨੇ ਆ, ਗਰੀਬਾਂ ਨੂੰ ਹੈਲਪ ਕਰਦੇ ਆ, ਉਹਨਾਂ ਨੂੰ ਚਾਦਰਾਂ ਦੇਣ ਜਾਂਦੇ ਆ, ਉਹਨਾਂ ਨੂੰ ਲੰਗਰ ਦਿੰਨੇ ਆ। ਉਹਨਾਂ ਦੇ ਵਿੱਚ ਇੰਟੈਲੀਜੈਂਸ ਦੇ ਬੰਦੇ ਆ। ਜਿੱਦਾਂ ਸਾਡੇ ਨਹੀਂ ਸਾਧ ਜਿਹੜੇ ਕੁਟਿਆ ਵਾਲੇ ਆ, ਉਹ ਇੰਟੈਲੀਜੈਂਸ ਦਿੰਦੇ ਸੀ। ਹਾਂਜੀ। ਤੇ ਇਸੇ ਤਰ੍ਹਾਂ ਇਹਨਾਂ ਦੀ ਚੈਰੀਟੇਬਲ ਆਰਗੇਨਾਈਜੇਸ਼ਨ ਦੇ ਵਿੱਚ ਹਰ ਇੱਕ ਆਰਗੇਨਾਈਜੇਸ਼ਨ ਵਿੱਚ, ਲੇਬਰ ਆਰਗੇਨਾਈਜੇਸ਼ਨ, ਵਿਮਨਸ ਆਰਗੇਨਾਈਜੇਸ਼ਨ, ਸਟੂਡੈਂਟ ਆਰਗੇਨਾਈਜੇਸ਼ਨ, ਉਹ ਦੇਖਦੇ ਆ ਹਰ ਇੱਕ ਵਰਗ ਦੀ ਇੰਟੈਲੀਜੈਂਸ ਕਿੱਦਾਂ ਮਿਲੇ, ਕੋਈ ਨਾ ਕੋਈ ਇਨਫੋਰਮੇਸ਼ਨ ਮਿਲੇ ਜਿਹੜੀ ਅਸੀਂ ਇਹਨਾਂ ਦੇ ਖਿਲਾਫ ਯੂਜ਼ ਕਰ ਸਕੀਏ। ਇੰਟੈਲੀਜੈਂਸ ਇਸੇ ਕਰਕੇ ਨਹੀਂ ਮਿਲੀ ਕਿ ਅਸੀਂ ਦੇਖਣਾ ਕਿ ਸ਼ਾਇਦ ਇਹਨਾਂ 'ਚ ਕੋਈ ਬੰਬ ਚਲਾਵੇ। ਜੇ ਉਹਨਾਂ ਨੇ ਡੀਸਟੇਬਲਾਈਜ਼ ਕਰਨਾ ਕਿਸੇ ਦੇਸ਼ ਨੂੰ, ਪਹਿਲਾਂ ਇੰਟੈਲੀਜੈਂਸ ਹੀ ਪਤਾ ਕਰਨਗੇ। ਹਾਂਜੀ। ਤੁਸੀਂ ਦੇਖੋ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਬ੍ਰਿਟਿਸ਼ ਨੇ ਰੂਲ ਕੀਤਾ, ਪਹਿਲਾਂ ਇਹਨਾਂ ਨੇ ਸੈਂਸਸ ਕਰਾਉਣੀਆਂ ਸ਼ੁਰੂ ਕੀਤੀਆਂ। ਸੈਂਸਸ ਤਾਂ ਹੀ ਕਰਾਉਂਦੇ ਸੀ ਕਿ ਪਤਾ ਤਾਂ ਲੱਗੇ ਵੀ ਬੰਦੇ ਇੱਥੇ ਕੌਣ ਰਹਿੰਦੇ ਆ। ਹਾਂਜੀ। ਫਿਰ 1881 ਦੇ ਵਿੱਚ ਬਹੁਤ ਵੱਡੀ ਇੱਕ ਸੈਂਸਸ ਕਰਾਈ ਇਹਨਾਂ ਨੇ, ਜਿਹਦੇ ਵਿੱਚ ਜ਼ਾਤਾਂ ਦਾ ਪਤਾ ਕੀਤਾ ਗਿਆ। ਜੇ ਕਿਸੇ ਨੇ ਕੋਈ ਜ਼ਾਤ ਦਾ, ਖਾਸ ਤੌਰ ਤੇ ਜੱਟਾਂ ਦਾ ਉਹਨਾਂ ਨੇ ਪਤਾ ਕੀਤਾ। ਜੱਟਾਂ ਤੇ ਕਿਤਾਬ ਲਿਖੀ ਐਬਟਸਨ ਨੇ, ਉਹ ਆਪ ਐਂਥਰੋਪੋਲੋਜਿਸਟ ਸੀ। ਉਹ ਇਸ ਕਰਕੇ ਪਤਾ ਕੀਤਾ ਕਿ ਇਹ ਬੰਦੇ ਇੰਨੇ ਚਿਰ ਦੇ ਇਸ ਹਲਕੇ ਦੇ ਵਿੱਚ ਚੌਧਰੀ ਬਣੇ ਬੈਠੇ। ਹਾਂਜੀ। ਇਹੀ ਫੌਜਾਂ ਲੈ ਕੇ ਬੈਠੇ, ਇਹੀ ਫੌਜ ਦੇ ਵਿੱਚ ਹੁੰਦੇ ਆ, ਇਹੀ ਹਾਕਮ ਬਣਦੇ ਆ।
ਇਹਨਾਂ ਦੇ ਵਿੱਚ ਕਿਹੜੀ ਗੁਣ ਆ ਜਿਹੜੇ ਉਹ ਸਟੱਡੀ ਕਰਨਾ ਚਾਹੁੰਦੇ ਸੀ। ਸੋ ਸੈਂਸਸ ਲੈਣਾ ਆਪਣੇ ਆਪ ਦੇ ਵਿੱਚ ਹੀ ਇੰਟੈਲੀਜੈਂਸ ਇਕੱਠੀ ਕਰਨ ਵਾਲੀ ਗੱਲ ਸੀ। ਕਿਉਂਕਿ ਸੈਂਸਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਉਹਨਾਂ ਨੂੰ, ਪੂਰੀ ਇਨਫੋਰਮੇਸ਼ਨ ਪਈ ਹੈ, ਉਹਨਾਂ ਨੂੰ ਪਤਾ ਵੀ ਫਲਾਨਾ ਬੰਦਾ ਫਲਾਣੇ ਥਾਂ ਰਹਿੰਦਾ ਹੈ, ਕਿੰਨੇ ਪ੍ਰਤੀਸ਼ਤ ਬੰਦੇ ਕਿਹੜੀ ਜਾਤ ਨੂੰ ਬਿਲੋਂਗ ਕਰਦੇ, ਕਿੰਨੇ ਪ੍ਰਤੀਸ਼ਤ ਬੰਦੇ ਕਿਹੜੀ ਲੈਂਗੁਏਜ ਜਾਂ ਫਿਰ ਉਹਨਾਂ ਦਾ ਆਕੂਪੇਸ਼ਨ ਲਾ ਲਓ। ਫਿਰ ਉਹ ਵੱਖਰੀ ਜਾਤ ਦੀ ਹਿਸਟਰੀ ਦੇਖਦੇ ਸੀ। ਹਾਂਜੀ, ਕਿ ਇਹ ਬੰਦੇ ਕੀ ਕਰਦੇ ਰਹੇ ਪਿੱਛੋਂ। ਫਿਰ ਵੱਖਰੇ ਧਰਮਾਂ ਦੀ ਗੱਲ ਕਰਦੇ, ਫਿਰ ਉਹ ਦੇਖਦੇ ਵੀ ਇਹਨਾਂ ਨੂੰ ਕਿਹੜੀਆਂ ਗੱਲਾਂ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ ਜੀ, ਜਿਹੜੀ ਆਪਣੇ ਹਿੱਤ ਦੇ ਵਿੱਚ ਵਰਤ ਸਕਦੇ ਹਾਂ, ਉਹ ਤਾਂ ਹੀ ਕਰਨਗੇ ਜੇ ਉਹਨੂੰ ਸਟੱਡੀ ਕਰਨਗੇ ਤਾਂ। ਹਾਂਜੀ ਬਿਲਕੁਲ। ਸੋ ਇੰਟੈਲੀਜੈਂਸ ਜਿਹੜੀ ਹੈ ਇੱਕ ਚੀਜ਼ ਨਹੀਂ, ਇਹ ਬੜੀ ਕੰਪਲਿਕੇਟਡ ਗੱਲ ਹੈ। ਸੋ ਜਿਹੜੀ ਗੱਲ ਤੇ ਰਿਪਬਲਿਕਨ ਸੈਨੇਟਰਸ ਰੌਲਾ ਪਾ ਰਹੇ ਆ, ਉਹਨਾਂ ਦਾ ਮਤਲਬ ਇਹੀ ਆ ਵੀ ਬਾਈਡਨ ਨੂੰ, ਅਸੀਂ ਜੋ ਬਾਈਡਨ ਨੂੰ ਫੜਨਾ। ਜੋ ਬਾਈਡਨ ਦੇ ਅੰਡਰ ਆਹ ਦੋ ਗੱਲਾਂ ਬਹੁਤ ਵੱਡੀਆਂ ਗਲਤੀਆਂ ਹੋਈਆਂ। ਪਹਿਲਾਂ ਉਹਨਾਂ ਦੀ ਅਫਗਾਨਿਸਤਾਨ ਤੋਂ ਨੱਠਣ ਦੀ ਗਲਤੀ ਸੀ। ਅਮਰੀਕਨ ਸੋਚ ਰਹੇ ਆ ਕਿ ਅਸੀਂ ਬਿਲੀਅਨਸ ਆਫ ਡਾਲਰਸ ਦਿੱਤਾ ਉਹਨਾਂ ਨੂੰ ਜੀ, ਉਹਨਾਂ ਨੇ ਆਰਮੀ ਬਣਾਈ, ਉਹਨਾਂ ਨੇ ਆਹ ਬਣਾਇਆ, ਉਹਨਾਂ ਨੇ ਉਹ ਬਣਾਇਆ। ਇੰਡੀਆ ਵਾਲਿਆਂ ਨੇ $10 ਬਿਲੀਅਨ ਦਿੱਤਾ ਉਹਨੂੰ। ਹਾਂਜੀ, ਉਹਨਾਂ ਦੇ ਡੈਮ ਬਣਾਏ, ਉਹਨਾਂ ਦੀ ਪਾਰਲੀਮੈਂਟ ਦੀ ਬਿਲਡਿੰਗ ਵੀ ਇੰਡੀਆ ਵਾਲਿਆਂ ਨੇ ਬਣਾ ਕੇ ਦਿੱਤੀ ਹੈ। ਹਾਂਜੀ, ਅੱਛਾ, ਉਹ ਜਿਨ੍ਹਾਂ ਨੇ ਬਣਾ ਕੇ ਦਿੱਤਾ ਸੀ, ਜਿੱਦਣ ਅਮਰੀਕਨ ਨਿਕਲੇ ਉਦੋਂ ਹੀ ਜਾਂਦੇ ਲੱਗੇ ਉਹ। ਹਾਂਜੀ। ਸੋ ਇੰਟੈਲੀਜੈਂਸ ਫੇਲੀਅਰ ਹਰ ਇੱਕ ਪਾਸਿਓਂ ਹੋਇਆ। ਜੀ ਬਿਲਕੁਲ।